ਕਹਿੰਦੇ ਇਹ ਧਨ ਬਹੁਤਾ ਚਿਰ ਮੈਂ ਆਪਣੇ ਕੋਲ ਵੀ ਨਹੀਂ ਰੱਖ ਸਕਦਾ, ਆਖਰ ਤੈਨੂੰ ਪੁੱਛਦਾ ਹਾਂ, ਦੱਸ ਕਿਸ ਨੂੰ ਦੇਣਾ ਕਰੀਏ। ਰੋਜ ਤੁਝ ਕੋ ਕੀਨ ਸਮਝਤ ਭਨਿਐ ਸਹੀ। ਜੈ ਰਾਮ ਜੀ ਨੂੰ ਕਹਿੰਦੇ ਨੇ ਨਵਾਬ ਦੌਲਤ ਖਾਂ ਲੋਧੀ, ਜੋ ਤੇਰੀ ਸਮਝ ਵਿੱਚ ਆਉਂਦਾ ਹੈ ਉਹ ਦੱਸ ਦੇਣਾ ਕਰ, ਉਸੇ ਤਰ੍ਹਾਂ ਹੋਵੇਗਾ। ਖਾਨ ਜੀ ਖਾਨ ਨਿਜ ਮਨ ਠਾਨਿਆ। ਜਦੋਂ ਫਿਰ ਇਹ ਗੱਲ ਜੈ ਰਾਮ ਨੇ ਸੁਣੀ ਤੇ ਜੈ ਰਾਮ ਜੀ ਨੇ ਅੱਗੋਂ ਨਵਾਬ ਦੌਲਤ ਖਾਂ ਲੋਧੀ ਨੂੰ ਆਖਿਆ ਹੈ, ਦਸ ਬਿਦ ਕਰਿਓ ਦਰਬ ਆਪ ਬੁਧਵਾਨਿਆ। ਕਹਿਣ ਲੱਗੇ ਕਿ ਨਵਾਬ ਸਾਹਿਬ ਤੁਸੀਂ ਉੱਦਾਂ ਕਰੋ ਜਿਵੇਂ ਤੁਹਾਡਾ ਚਿੱਤ ਕਰਦਾ, ਜਿਵੇਂ ਤੁਹਾਡੀ ਇੱਛਾ ਹੈ ਨਾ, ਜਿਵੇਂ ਤੁਸੀਂ ਸੋਚਿਆ ਹੈ ਉਸੇ ਤਰ੍ਹਾਂ ਕਰ ਦੇਣਾ ਕਰੋ। ਕਹਿਣ ਲੱਗੇ ਕਿ ਤੁਸੀਂ ਬਹੁਤ ਸਿਆਣੇ ਹੋ, ਬੁੱਧੀਮਾਨ ਹੋ, ਇਸ ਕਰਕੇ ਇਹ ਜਿਹੜਾ ਫੈਸਲਾ ਤੁਸੀਂ ਆਪੇ ਕਰਨਾ ਕਰੋ। ਨਾਨਕ ਨਿਕਟ ਤੁਮਾਰ ਬੂਝ ਕਰ ਕਾਰੀਆ। ਜਾਂ ਫਿਰ ਜੇ ਤੁਸੀਂ ਆਪਣੀ ਸਮਝ ਮੁਤਾਬਕ ਫੈਸਲਾ ਨਹੀਂ ਕਰਨਾ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਜਿਹੜਾ ਬੁਲਾ ਲੈਣਾ ਕਰੋ ਤੇ ਉਹਨਾਂ ਨੂੰ ਇਹ ਗੱਲ ਪੁੱਛ ਲੈਣਾ ਕਰੋ ਵੀ ਧਨ ਪੈਸੇ ਕਿਸ ਨੂੰ ਦਿੱਤੇ ਜਾਣ। ਖਾਨ ਨੇ ਕਾਨ ਪਰਮਾਨੇ ਪੱਠ ਦਿਆ। ਜਦੋਂ ਫਿਰ ਨਵਾਬ ਦੌਲਤ ਖਾਂ ਲੋਧੀ ਨੇ ਇਹ ਗੱਲ ਸੁਣੀ, ਉਹਨੇ ਇੱਕ ਬੰਦਾ ਜਿਹੜਾ ਹੈ ਭੇਜਿਆ ਹੈ। ਨਾਨਕਿਆਨ ਹਕਾਰ ਗਿਓ ਢਿਗ ਨਿਦਮਈਆ। ਉਹਨੇ ਬੰਦਾ ਭੇਜਿਆ ਵੀ ਜਾਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਾ ਕੇ ਬੁਲਾ ਕੇ ਲੈ ਕੇ ਆਉਣਾ ਕਰੋ। ਕਵੀ ਸੰਤੋਖ ਸਿੰਘ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਮਸਾਣਾ ਮੜੀਆਂ ਦੇ ਵਿੱਚ ਜਿਹੜੇ ਉੱਥੇ ਬੈਠੇ ਹੋਏ ਸਨ। ਕਵੀ ਸੰਤੋਖ ਸਿੰਘ ਕਹਿੰਦੇ ਜਿਹਦੇ ਦਰਸ਼ਨ ਕਰਨ ਦੇ ਨਾਲ ਤਿੰਨੋਂ ਤਾਪ ਜਿਹੜੇ ਹਨ, ਦੁੱਖ ਜਿਹੜੇ ਹਨ, ਨਾਸ ਹੋ ਜਾਂਦੇ ਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਜੀ ਉੱਠ ਚਲੋ ਨਵਾਬ ਹਕਾਰਈ। ਜਾ ਕੇ ਉਸ ਬੰਦੇ ਨੇ ਸੁਨੇਹਾ ਦਿੱਤਾ, ਨਾਨਕ ਜੀ ਚਲੋ ਮੇਰੇ ਨਾਲ, ਨਵਾਬ ਦੌਲਤ ਖਾਂ ਲੋਧੀ ਤੁਹਾਨੂੰ ਬੁਲਾ ਰਹੇ ਹਨ। ਕਹਿੰਦੇ ਉਹਨਾਂ ਨੇ ਤੁਹਾਡੇ ਕੋਲੋਂ ਕੋਈ ਗੱਲ ਪੁੱਛਣੀ ਹੈ, ਤੁਸੀਂ ਆਪਣੀ ਇੱਛਾ ਦੇ ਮੁਤਾਬਕ ਉਹ ਗੱਲ ਦੱਸ ਦੇਣਾ ਕਰਿਓ। ਖਾਨ ਕੌਣ ਮਮ ਕਾਜ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਮੈਂ ਨਹੀਂ ਜਾਣਾ ਨਵਾਬ ਦੌਲਤ ਖਾਂ ਲੋਧੀ ਦੇ ਕੋਲ, ਮੈਨੂੰ ਉਹਦੇ ਨਾਲ ਕੋਈ ਕੰਮ ਨਹੀਂ ਹੈ। ਕਹਿੰਦੇ ਮੈਂ ਤੇ ਇੱਥੇ ਬੈਠਾ, ਮੈਂ ਹੁਣ ਦੌਲਤ ਖਾਂ ਲੋਧੀ ਦਾ ਕੋਈ ਮੋਦੀ ਥੋੜ੍ਹੀ ਲੱਗਾ, ਹੁਣ ਥੋੜ੍ਹੀ ਕੋਈ ਨੌਕਰ ਆ, ਹੁਣ ਤੇ ਮੈਂ ਇੱਥੇ ਬੈਠਾ, ਇਸ ਕਰਕੇ ਹੁਣ ਮੈਂ ਨਹੀਂ ਜਾਣਾ ਚਾਹੁੰਦਾ। ਜਦੋਂ ਉਹ ਬੰਦੇ ਨੂੰ ਇਹ ਗੱਲ ਦਾ ਜਵਾਬ ਦਿੱਤਾ ਗੁਰੂ ਨਾਨਕ ਸਾਹਿਬ ਨੇ, ਤੇ ਉਹ ਬੰਦੇ ਨੇ ਆਣ ਕੇ ਇਸੇ ਤਰ੍ਹਾਂ ਨਵਾਬ ਦੌਲਤ ਖਾਂ ਲੋਧੀ ਨੂੰ ਦੱਸ ਦਿੱਤਾ ਹੈ। ਕਹਿੰਦੇ ਕਿ ਉਸ ਬੰਦੇ ਨੇ ਆਣ ਕੇ ਕਿਹਾ ਨਵਾਬ ਦੌਲਤ ਖਾਂ ਲੋਧੀ ਨੂੰ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਇਸ ਪਿੰਡ ਵਾਲੇ ਪਾਸੇ, ਨਗਰ ਵਾਲੇ ਪਾਸੇ ਆਪਣੇ ਚਰਨ ਵੀ ਨਹੀਂ ਪਾਉਣਾ ਚਾਹੁੰਦੇ। ਨਾ ਹੀ ਉਹਨਾਂ ਨੇ ਤੁਹਾਡੀ ਜਿਹੜੀ ਹੈ ਕੋਈ ਗੱਲ ਮੰਨਣੀ ਕੀਤੀ ਹੈ, ਉਹਨਾਂ ਨੇ ਤੁਹਾਡੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਬੰਦੇ ਨੇ ਕਿਹਾ ਨਵਾਬ ਸਾਹਿਬ ਜਿਵੇਂ ਤੁਹਾਡਾ ਚਿੱਤ ਕਰਦਾ ਹੈ, ਜਿਵੇਂ ਤੁਹਾਡੀ ਇੱਛਾ ਹੈ, ਤੁਸੀਂ ਆਪਣੀ ਸਮਝਦਾਰੀ ਮੁਤਾਬਕ ਉਸੇ ਤਰ੍ਹਾਂ ਕਰ ਲੈਣਾ ਕਰੋ। ਜਦੋਂ ਦੌਲਤ ਖਾਂ ਲੋਧੀ ਨੇ ਇਹ ਗੱਲ ਸੁਣੀ, ਉਹ ਬੜਾ ਗੁੱਸੇ ਵਿੱਚ ਆਉਂਦਾ ਹੈ। ਕਹਿੰਦੇ ਕਿ ਇੰਨਾ ਗੁੱਸੇ ਵਿੱਚ ਆਉਂਦਾ ਹੈ ਜਿਵੇਂ ਮੱਛਰ ਗੁੱਸੇ 'ਚ ਆਣ ਕੇ ਕਵੇ ਮੈਂ ਪਹਾੜ ਨੂੰ ਢਾਹ ਦਿਆਂਗਾ, ਇੱਦਾਂ ਦਾ ਕੁਝ ਨਹੀਂ ਹੋ ਸਕਦਾ। ਉਹ ਵੀ ਵੈਸੇ ਨਵਾਬ ਦੌਲਤ ਖਾਂ ਲੋਧੀ ਮੱਛਰ ਦੀ ਤਰ੍ਹਾਂ ਗੁੱਸੇ ਵਿੱਚ ਆਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਢਾਉਣ ਵਾਸਤੇ ਜਿਹੜਾ ਸੋਚਦਾ ਪਿਆ ਹੈ। ਕਹਿੰਦਾ ਜਾਓ ਉਸ ਨੂੰ ਕਹੋ, ਫਿਰ ਨਹੀਂ ਤੇ ਪਕੜ ਕੇ ਲੈ ਕੇ ਜਾਵਾਂਗੇ। ਜਾ ਕੇ ਕਹੋ ਕਿ ਆਪੇ ਚੁੱਪ ਕਰਕੇ ਆ ਜਾਵੋ, ਨਹੀਂ ਤਾਂ ਮੈਂ ਬੰਦੇ ਭੇਜ ਕੇ ਤੇ ਉਹਨਾਂ ਨੂੰ ਜਿਹੜਾ ਜ਼ਬਰਦਸਤੀ ਸੱਦ ਕੇ ਮੰਗਾ ਲਵਾਂਗਾ। ਬੜੀ ਛੇਤੀ ਦੇ ਨਾਲ ਫਿਰ ਉਹ ਬੰਦਾ ਜਿਹੜਾ ਏ ਉਹ ਦੌਲਤ ਖਾਂ ਲੋਧੀ ਦਾ ਭੇਜਿਆ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਾ ਕੇ ਆਖਦਾ ਹੈ। ਕਹਿੰਦੇ ਵੀ ਦੌਲਤ ਖਾਂ ਲੋਧੀ ਜਿਹੜੇ ਹੈ ਨਾ ਬੜੇ ਗੁੱਸੇ ਦੇ ਵਿੱਚ ਹੈ।
ਇਸ ਕਰਕੇ ਤੁਸੀਂ ਆਪ ਹੀ ਕਿਰਪਾ ਕਰਕੇ ਛੇਤੀ ਜਿਹੜਾ ਨਾਲ ਚੱਲਣਾ ਕਰੋ। ਨਦਰ ਸੇ ਮਨ ਖਾਨ ਮਗਾਏ ਗਹਾਈ ਕੈ। ਜੇ ਨਹੀਂ ਤੁਸੀਂ ਮੇਰੇ ਨਾਲ ਜਾਓਗੇ ਤੇ ਫਿਰ ਨਵਾਬ ਜਿਹੜਾ ਹੈ ਗੁੱਸੇ ਵਿੱਚ ਆਣ ਕੇ ਬੰਦੇ ਭੇਜ ਕੇ ਤੁਹਾਨੂੰ ਲੈ ਜਾਵੇਗਾ। ਭਲੀ ਭਾਤ ਹੈ ਆਪ ਚਲੋ ਸੁਖ ਪਾਈ ਕੈ। ਇਸ ਕਰਕੇ ਤੁਸੀਂ ਆਪ ਹੀ ਜਿਹੜਾ ਉਹ ਨਾਲ ਜਿਹੜਾ ਉਹ ਤੁਰ ਪੈਣਾ ਕਰੋ। ਸੁਣੋ ਸੁਖਰਾਜ ਸਹਿਜ ਮੁਸਕਤ ਚਲੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਇਹ ਗੱਲ ਸੁਣੀ ਤੇ ਸਤਿਗੁਰੂ ਮੁਸਕਰਾਉਂਦੇ ਹੋਏ ਜਿਹੜੇ ਉੱਠ ਪਏ ਹਨ। ਮੰਦਮਤੀ ਮਨ ਮੂੜ ਦੇਨ ਤੇ ਮਤ ਭਲੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਮੰਦ ਬੁੱਧੀ ਲੋਕਾਂ ਨੂੰ ਚੰਗੀ ਮੱਤ ਦੇਣ ਵਾਸਤੇ ਨਾਲ ਤੁਰ ਪਏ ਹਨ। ਬੇਦੀ ਕੇਤਨ ਕੇਤ ਗਹੇ ਤੋਏ ਜਹੀ। ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਬੇਦੀ ਕੁਲ ਵਿੱਚ ਪੈਦਾ ਹੋਏ, ਦੁੱਖਾਂ ਦਾ ਨਾਸ਼ ਕਰਨ ਵਾਲੇ, ਪਾਪਾਂ ਨੂੰ ਖਤਮ ਕਰ ਦੇਣ ਵਾਲੇ ਸਨ। ਕਲ ਕਲਮਲ ਬਲ ਬਲਤ ਉਬਾਰਨ ਤੇ ਸਈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਲੋਧੀ ਨਗਰ ਵਾਲੇ ਪਾਸੇ ਆ ਰਹੇ ਸਨ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਨਵਾਬ ਨੂੰ ਸਿੱਖਿਆ ਮੱਤ ਉਪਦੇਸ਼ ਦੇਣ ਵਾਸਤੇ ਆ ਰਹੇ ਸਨ। ਠਾਣ ਮੈਂ ਭੈ ਕਿਉ ਨਾ ਸਲਾਮ ਕੋ। ਗੁਰੂ ਨਾਨਕ ਸਾਹਿਬ ਮਹਾਰਾਜ ਨਵਾਬ ਦੀ ਕਚਹਿਰੀ ਵਿੱਚ ਗਏ, ਜਾ ਕੇ ਕੋਈ ਦੁਆ ਸਲਾਮ ਕੁਛ ਵੀ ਨਹੀਂ ਕੀਤਾ। ਸਰਸ ਖਾਨ ਮਨ ਬਾਮ ਕੋ। ਜਦੋਂ ਇਦਾਂ ਵੇਖਿਆ ਤੇ ਨਵਾਬ ਜਿਹੜਾ ਹੈ ਨਾ, ਜਿਹਦੀ ਪਹਿਲਾਂ ਹੀ ਮੱਤ ਮਰੀ ਹੋਈ ਸੀ, ਉਹ ਬੜਾ ਗੁੱਸੇ ਵਿੱਚ ਆ ਜਾਂਦਾ ਹੈ। ਬੜਾ ਗੁੱਸੇ 'ਚ ਆਣ ਕੇ ਨਵਾਬ ਪੁੱਛਦਾ ਹੈ, ਤੈਨੂੰ ਸੁਨੇਹਾ ਭੇਜਿਆ, ਤੂੰ ਸਾਡੇ ਕੋਲ ਆਇਆ ਕਿਉਂ ਨਹੀਂ ਹੈ? ਕਹਿੰਦੇ ਤੂੰ ਮੇਰਾ ਹੁਕਮ ਕਿਉਂ ਨਹੀਂ ਮੰਨਦਾ? ਬੜਾ ਬੇਪਰਵਾਹ ਹੋ ਕੇ ਬਾਹਰ ਉੱਥੇ ਬੈਠਾ ਹੋਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਅੱਗੋਂ ਕਹਿਣ ਲੱਗੇ, ਕਹਿੰਦੇ ਨਵਾਬ ਜਦੋਂ ਤੁਹਾਡੀ ਨੌਕਰੀ ਕਰਦਾ ਸੀ ਨਾ, ਉਦੋਂ ਤੁਹਾਡੇ ਸੱਦੇ ਤੇ ਕਹਿ ਤੇ ਆ ਜਾਂਦਾ ਸਾਂ। ਕਹਿੰਦੇ ਹੁਣ ਮੈਂ ਤੁਹਾਡੀ ਨੌਕਰੀ ਜਿਹੜੀ ਉਹ ਛੱਡ ਦਿੱਤੀ ਹੈ, ਹੁਣ ਮੋਦੀ ਖਾਨਾ ਛੱਡ ਕੇ ਪਰੇ ਹੋ ਗਿਆ ਹਾਂ। ਹੁਣ ਮੈਂ ਖੁਦਾ ਦਾ ਚਾਕਰ ਹਾਂ, ਮਾਲਕ ਦਾ ਚਾਕਰ ਹਾਂ, ਪ੍ਰਮਾਤਮਾ ਦਾ ਚਾਕਰ ਹਾਂ, ਤੇਰਾ ਕੋਈ ਚਾਕਰ, ਤੇਰਾ ਕੋਈ ਨੌਕਰ ਨਹੀਂ ਹਾਂ। ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜਿਹੜਾ ਸਾਰੇ ਜੱਗ ਨੂੰ ਜਨਨ ਵਾਲਾ, ਪੈਦਾ ਕਰਨ ਵਾਲਾ ਹੈ। ਸਤਿਗੁਰੂ ਦੇ ਮੁਬਾਰਕ ਬਚਨ ਸੁਣ ਕੇ ਨਵਾਬ ਹੋਰ ਗੁੱਸੇ ਵਿੱਚ ਆ ਜਾਂਦਾ ਹੈ। ਹੁਣ ਜਦੋਂ ਨਵਾਬ ਹੋਰ ਗੁੱਸੇ ਵਿੱਚ ਆਉਂਦਾ ਹੈ ਤੇ ਆਪਣੀ ਬੁੱਧੀ ਅਨੁਸਾਰ, ਆਪਣੇ ਮਨ ਦੀ ਇੱਛਾ ਅਨੁਸਾਰ ਜਿਹੜਾ ਸਤਿਗੁਰੂ ਨੂੰ ਆਖਦਾ ਹੈ, ਕਹਿੰਦੇ ਮੇਰਾ ਚਿੱਤ ਕਰਦਾ ਮੈਂ ਤੈਨੂੰ ਇਸਲਾਮ ਦੇ ਵਿੱਚ ਲੈ ਆਵਾਂ। ਤੂੰ ਬੜਾ ਹਾਜ਼ਰ ਜਵਾਬੀ ਬੰਦਾ ਏ, ਤੇਰੇ ਕੋਲ ਜਿਹੜਾ ਹੈ ਉਹ ਬਹੁਤ ਗਿਆਨ ਹੈ, ਇਸ ਕਰਕੇ ਮੇਰਾ ਚਿੱਤ ਕਰਦਾ ਇੱਛਾ ਵੀ ਤੁਹਾਨੂੰ ਇਸਲਾਮ ਦੇ ਵਿੱਚ ਜਿਹੜਾ ਉਹ ਲੈ ਆਉਣਾ ਚਾਹੀਦਾ ਹੈ। ਨਾਲ ਹੀ ਫਿਰ ਨਵਾਬ ਦੌਲਤ ਖਾਂ ਲੋਧੀ ਕਹਿਣ ਲੱਗਿਆ, ਸ਼ੁੱਕਰਵਾਰ ਦਾ ਦਿਨ ਸੀ, ਜੁਮੇ ਦੀ ਨਮਾਜ਼ ਸੀ, 5 ਨਮਾਜ਼ਾਂ ਪੜ੍ਹੀਆਂ ਜਾਂਦੀਆਂ, 5 ਵਕਤ ਜਿਹੜੀ ਹੈ ਮੁਸਲਮਾਨ ਨਮਾਜ਼ ਅਦਾ ਕਰਦੇ ਆ। ਜਿੱਥੇ ਸਮਾਂ ਹੋ ਜਾਂਦਾ ਉੱਥੇ ਹੀ ਆਪਣੇ ਇਸ ਮੋਢੇ ਦੇ ਉੱਪਰ ਜਿਹੜਾ ਉਹਨਾਂ ਨੇ ਸਾਫਾ ਰੱਖਿਆ ਹੁੰਦਾ ਹੈ, ਉਹਨੂੰ ਥੱਲੇ ਵਿਛਾ ਕੇ ਉਹਦੇ ਉੱਪਰ ਬੈਠ ਕੇ ਤੇ ਉਹ ਨਮਾਜ਼ ਪੜ੍ਹਨ ਲੱਗ ਜਾਂਦੇ ਆ। ਇਵੇਂ ਕਰਕੇ ਫਿਰ ਉਦੋਂ ਵੀ ਸ਼ੁੱਕਰਵਾਰ ਸੀ, ਜੁਮੇ ਦੀ ਨਮਾਜ਼ ਸੀ। ਨਵਾਬ ਦੌਲਤ ਖਾਂ ਕਹਿੰਦਾ ਚੱਲ ਫਿਰ ਮੇਰੇ ਨਾਲ ਆਪਾਂ ਇਕੱਠੀ ਨਮਾਜ਼ ਪੜ੍ਹਦੇ ਹਾਂ। ਜੇ ਤੇਰੀ ਦ੍ਰਿਸ਼ਟੀ ਦੇ ਵਿੱਚ, ਜੇ ਤੇਰੀ ਨਿਗਾਹ ਦੇ ਵਿੱਚ ਸਾਰੇ ਇੱਕ ਬਰਾਬਰ ਨੇ, ਸਾਰਿਆਂ ਨੂੰ ਤੂੰ ਇੱਕੋ ਜਿਹਾ ਸਮਝਦਾ ਹੈ। ਜੇ ਹਿੰਦੂ ਤੇ ਮੁਸਲਮਾਨ ਦੇ ਵਿੱਚ ਤੂੰ ਕੋਈ ਫਰਕ ਨਹੀਂ ਸਮਝਦਾ, ਦੋਵਾਂ ਨੂੰ ਇੱਕ ਬਰਾਬਰ ਦੇ ਨਾਲ ਵੇਖਦਾ ਹੈ, ਤੇ ਫਿਰ ਖੁਦਾ ਦੇ ਅੱਗੇ ਬੰਦਗੀ ਕਰਨੀ, ਹੱਥ ਜੋੜਨੇ ਆ, ਤੂੰ ਸਾਡੇ ਨਾਲ ਜਿਹੜੀ ਉਹ ਜਾ ਕੇ ਨਮਾਜ਼ ਪੜ੍ਹ ਲੈਣੀ ਕਰ। ਇੱਦਾਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਦਾ, ਕਹਿੰਦਾ ਛੱਡ ਪਿਛਲੀਆਂ ਲਾਜਾਂ, ਸ਼ਰਮ ਹਿਆਤ ਸਾਰਾ ਕੁਝ, ਚੱਲ ਆਪਾਂ ਮਸੀਤ ਵਿੱਚ, ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਪੜ੍ਹਦੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਵਾਬ ਦੌਲਤ ਖਾਂ ਲੋਧੀ ਦੀ ਇਹ ਗੱਲ ਨੂੰ ਸੁਣਿਆ ਤੇ ਸੁਣ ਕੇ ਸਤਿਗੁਰੂ ਆਖਦੇ ਹਨ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਖਾਨ ਸਾਹਿਬ ਚਲੋ,
ਮੈਂ ਤੁਹਾਡੇ ਨਾਲ ਜਾਂਦਾ ਹਾਂ ਨਮਾਜ਼ ਪੜ੍ਹਨ ਵਾਸਤੇ। ਭੋਜਨ ਖੋਜਨ ਜੋਗ ਨ ਜਾਣਿਓ ਜਾਏ ਹੈ। ਸਤਿਗੁਰੂ ਕਹਿੰਦੇ ਜਿਹੜੀ ਪਰਖ ਕਰਨੀ ਤੂੰ ਕਰ ਲੈਣਾ ਕਰੀ, ਸਾਰਾ ਕੁਝ ਪਤਾ ਚੱਲ ਜਾਏਗਾ। ਆਨੰਦ ਕੰਦ ਅਮਕੰਦ ਚਲੇ ਸੰਗ ਰਾਏ ਹੈ। ਮੁਕਤੀ ਦੇਣ ਵਾਲੇ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨਵਾਬ ਦੌਲਤ ਖਾਂ ਲੋਧੀ ਦੇ ਨਾਲ ਤੁਰ ਪੈਂਦੇ ਹਨ ਨਮਾਜ਼ ਪੜ੍ਹਨ ਵਾਸਤੇ। ਦੌਰ ਪਰੀਪੁਰ ਮਾਏ ਨਾਰ ਨਰ ਸਗਰ ਮੈਂ। ਜਦੋਂ ਸਤਿਗੁਰੂ ਨਮਾਜ਼ ਪੜ੍ਹਨ ਵਾਸਤੇ ਤੁਰਦੇ ਐ ਤੇ ਸਾਰੇ ਪਿੰਡ ਦੇ ਵਿੱਚ ਇਸ ਗੱਲ ਦਾ ਰੌਲਾ ਪੈ ਜਾਂਦਾ ਹੈ। ਕਰ ਕਰਤ ਵਿਚਾਰ ਕੋਲਾਹਲ ਨਗਰ ਮੈਂ। ਘਰ ਘਰ ਦੇ ਵਿੱਚ ਜਿਹੜੀ ਹੈ ਹਲਚਲ ਮਚ ਜਾਂਦੀ ਹੈ, ਸਾਰੇ ਲੋਕ ਆਪਸ ਵਿੱਚ ਗੱਲਾਂ ਕਰਦੇ ਹਨ। ਧਨੀ ਬਿਰਧ ਬਾਲ ਤੁਰਨ ਦੌਰ ਚਲੇ। ਕੀ ਬੱਚਾ ਕੀ ਬੁੱਢਾ ਜਵਾਨ ਸਾਰੇ ਜਿਹੜੇ ਸਨ, ਜਿਹਨੇ ਜਿਹਨੇ ਸੁਣਿਆ ਉਹ ਸਾਰੇ ਗੁਰੂ ਨਾਨਕ ਸਾਹਿਬ ਦੇ ਮਗਰ ਦੌੜਦੇ ਹਨ। ਨਾਨਕ ਹੋਏ ਹੈ ਤੁਰਕ ਬਾਲ ਹੀ ਨਹਿ ਭਲੇ। ਸਾਰੇ ਲੋਕਾਂ ਵਿੱਚ ਰੌਲਾ ਪੈ ਜਾਂਦਾ ਵੀ ਨਾਨਕ ਤੁਰਕ ਹੋ ਚੱਲਿਆ, ਪਾਪ ਮੁਸਲਮਾਨ ਬਣ ਚੱਲਿਆ ਹੈ। ਤਰੀਤ ਪ੍ਰੀਤ ਭੀਤ ਚੀਤ ਹਿੰਦੂ ਕੋ। ਜਿਹੜੇ ਸਨਾਤਨੀਏ ਹਿੰਦੂ ਸਨ ਉਹ ਵੀ ਅੰਦਰੋਂ ਅੰਦਰੀ ਬਹੁਤ ਡਰ ਰਹੇ ਸਨ ਵੀ ਇਹ ਤੇ ਸਾਡੀ ਰੀਤ ਦੇ ਬਿਲਕੁਲ ਉਲਟ ਹੋ ਰਿਹਾ ਹੈ। ਪਰ ਕੋਈ ਵੀ ਜਿਹੜਾ ਸੀ ਅੱਗੇ ਹੋ ਕੇ ਨਵਾਬ ਨੂੰ ਕੁਝ ਕਹਿਣ ਦੀ ਜੁਰਤ ਨਹੀਂ ਸੀ ਕਰਦਾ, ਭਾਵ ਕੋਈ ਨਹੀਂ ਸੀ ਬੋਲਦਾ। ਕਹਿੰਦੇ ਕਿ ਉਹ ਜਿਹੜੇ ਫਿਰ ਹਿੰਦੂ ਸਨ ਉਹ ਵੀ ਅੰਦਰੋਂ ਅੰਦਰੀ ਥਰ ਥਰ ਕੰਬ ਰਹੇ ਸਨ। ਫਿਰ ਜੋ ਕੁਝ ਅੱਗੇ ਹੁੰਦਾ ਹੈ ਉੱਥੇ ਤੇ ਉਹ ਆਪਣੇ ਮਨ ਵਿੱਚ ਸੋਚ ਰਹੇ ਸਨ ਕਿ ਪਹਿਲੀ ਵਾਰ ਅੱਜ ਕੁਝ ਐਸਾ ਹੋਣ ਲੱਗਾ ਜਿਹੜਾ ਕਦੇ ਸੋਚਿਆ ਵੀ ਨਹੀਂ ਸੀ, ਜਿਹੜਾ ਕਦੇ ਹੋਣਾ ਵੀ ਨਹੀਂ ਸੀ ਚਾਹੀਦਾ। ਕਵੀ ਸੰਤੋਖ ਸਿੰਘ ਕਹਿੰਦੇ ਚਾਰੇ ਹੀ ਵਰਨਾਂ ਦੇ ਲੋਕ ਜਿਹੜੇ ਸਨ ਤਮਾਸ਼ਾ ਵੇਖਣ ਵਾਸਤੇ ਉਸ ਮਸਜਿਦ ਦੇ ਵਿੱਚ ਆ ਜਾਂਦੇ ਹਨ। ਜੈ ਰਾਮ ਨੂੰ ਪਤਾ ਲੱਗਾ, ਬੜੇ ਦੁਖੀ ਹੋਏ। ਕਹਿੰਦੇ ਬਹੁਤ ਵੱਡੀ ਕੁਰੈਤ ਹੋ ਚੱਲੀ, ਮਾੜਾ ਕੰਮ ਹੋ ਚੱਲਿਆ। ਇਹ ਮਾੜਾ ਕੰਮ ਜਿਹੜਾ ਕਦੇ ਵੀ ਹੋਣਾ ਨਹੀਂ ਸੀ ਚਾਹੀਦਾ। ਜੈ ਰਾਮ ਸੋਚਦਾ ਸੋਚਦਾ ਡਰਦਾ ਡਰਦਾ ਆਪਣੇ ਘਰ ਨੂੰ ਤੁਰ ਪੈਂਦਾ ਹੈ। ਕਵੀ ਸੰਤੋਖ ਸਿੰਘ ਕਹਿੰਦੇ ਮਨ ਵਿੱਚ ਖਿਆਲ ਕਰਦਾ ਹੈ, ਕਹਿੰਦਾ ਕੋਈ ਗੱਲ ਨਹੀਂ, ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਵੇਗਾ ਨਾ ਉਹ ਆਪੇ ਹੋ ਜਾਣਾ ਕਰੇਗਾ। ਕਹਿੰਦੇ ਉਹ ਤੇ ਮਨ ਵਿੱਚ ਸੋਚ ਰਿਹਾ ਸੀ ਵੀ ਵੇਲ ਸਾਰੀ ਜਿਵੇਂ ਵੇਲ ਅੰਮ੍ਰਿਤ ਰੂਪੀ ਸਾਰੀ ਵੇਲ ਹੋਵੇ ਤੇ ਉੱਤੇ ਫਲ ਜ਼ਹਿਰ ਦਾ ਲੱਗ ਜਾਣਾ ਕਰੇ। ਕਹਿੰਦਾ ਇਦਾਂ ਹੀ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਹੈ ਸਾਡੇ, ਮੁਸਲਮਾਨਾਂ ਨਾਲ ਜਾ ਕੇ ਨਮਾਜ਼ ਪੜ੍ਹਨਗੇ ਕੋਈ ਚੰਗੀ ਗੱਲ ਥੋੜ੍ਹੀ ਹੈ। ਫਿਰ ਇਸ ਤਰ੍ਹਾਂ ਦੇ ਨਾਲ ਆਪਣੇ ਮਨ ਵਿੱਚ ਵਿਚਾਰਾਂ ਕਰਦੇ, ਕਹਿੰਦੇ ਕੋਈ ਨਹੀਂ, ਜਿਵੇਂ ਫਿਰ ਉਹਦੀ ਕਿਸਮਤ ਵਿੱਚ ਹੋਵੇਗਾ ਉਵੇਂ ਹੋ ਜਾਣਾ ਕਰੇਗਾ। ਇੱਦਾਂ ਕਰਕੇ ਫਿਰ ਜਿਹੜਾ ਧਨ ਪਦਾਰਥ ਦੇਣ ਵਾਸਤੇ ਨਵਾਬ ਨੇ ਜਿਹੜਾ ਸੱਦਿਆ ਸੀ, ਪਰ ਕਿਹੜੀ ਖਬਰ ਲੈ ਕੇ ਉਹ ਵਾਪਸ ਜਾ ਰਹੇ ਸਨ, ਇਸੇ ਗੱਲ ਨੂੰ ਸੋਚ ਸੋਚ ਕੇ ਜੈ ਰਾਮ ਜੀ ਅੰਦਰੋਂ ਅੰਦਰੀ ਦੁਖੀ ਹੋ ਰਹੇ ਸਨ। ਕਹਿੰਦੇ ਬੜੀ ਮਾੜੀ ਗੱਲ ਹੈ ਜੇਕਰ ਸਤਿਗੁਰੂ ਨਮਾਜ਼ ਪੜ੍ਹਨਗੇ ਮੁਸਲਮਾਨਾਂ ਵਿੱਚ ਜਾ ਕੇ ਰਲ ਜਾਣਗੇ, ਇਹ ਮੇਰੇ ਵਾਸਤੇ ਇੱਕ ਉਲਟ ਗੱਲ ਹੋ ਜਾਣਾ ਕਰੇਗੀ। ਜੈ ਰਾਮ ਜੀ ਜਿਹੜੇ ਸਨ ਚਾਰ ਸਫੇਰੇ ਵੇਖਦੇ ਆਪਣੇ ਆਪ ਨੂੰ ਥੱਕਿਆ ਥੱਕਿਆ ਮਹਿਸੂਸ ਕਰ ਰਹੇ ਸਨ। ਮਨ ਵਿੱਚ ਸੋਚਦੇ ਹੈ ਕਿ ਕਾਲੂ ਜੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਪਿਤਾ ਤੇ ਮੂਲ ਚੰਦ ਜੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਸਹੁਰਾ ਜੀ ਸਨ, ਉਹਨਾਂ ਨੂੰ ਮੈਂ ਕੀ ਜਵਾਬ ਦੇਵਾਂਗਾ, ਉਹਨਾਂ ਨੂੰ ਮੈਂ ਕੀ ਦੱਸਣਾ ਕਰਾਂਗਾ। ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਮਾਤਾ ਤ੍ਰਿਪਤਾ ਜੀ ਪੁੱਛਣਗੇ ਤੇ ਮੈਂ ਉਹਨਾਂ ਨੂੰ ਕੀ ਦੱਸਣਾ ਕਰਾਂਗਾ ਵੀ ਨਾਨਕ ਮੁਸਲਮਾਨ ਤੁਰਕ ਕਿਉਂ ਬਣ ਗਏ ਹਨ। ਕਹਿੰਦੇ ਉਹ ਤੇ ਅਸਲ ਗੱਲ ਜਾਣਨ ਦੀ ਬਜਾਏ ਮੇਰੇ ਉੱਪਰ ਹੀ ਸਾਰੇ ਦਾ ਸਾਰਾ ਗੁੱਸਾ ਜਿਹੜਾ ਉਹ ਕੱਢਣਾ ਕਰਨਗੇ। ਬੜੀ ਸ਼ਰਮ ਦੇ ਨਾਲ ਸਿਰ ਝੁਕਿਆ ਹੋਇਆ ਤੇ ਜੈ ਰਾਮ ਜੀ ਜਿਹੜੇ ਆਪਣੇ ਘਰ ਚਲ ਜਾਂਦੇ ਹਨ। ਆਪਣੀ ਧੌਣ ਨੀਵੀਂ ਕੀਤੀ ਹੋਈ ਹੈ, ਬੜੇ ਸੋਚਾਂ ਦੇ ਵਿੱਚ ਪਏ ਹੋਏ ਚੁੱਪਚਾਪ ਬੈਠੇ ਹਨ। ਕਹਿੰਦੇ ਵੀ ਧਰਤੀ ਨੂੰ ਖੋਦੀ ਜਾ ਰਿਹਾ, ਜਿਵੇਂ ਆਮ ਬੱਚਾ ਜਿਹੜਾ ਤੀਲੇ ਨਾਲ ਖੋਚਦਾ, ਧਰਤੀ ਨੂੰ ਖੋਦੀ ਜਾ ਰਹੇ ਨੇ, ਅੱਖਾਂ ਦੇ ਵਿੱਚੋਂ ਨੀਰ ਵਹਿ ਰਿਹਾ ਹੈ।
ਘੜੀ ਮਨੋ ਪਛਤਾਈ। ਇਸ ਕਰਕੇ ਇਦਾਂ ਕਰਕੇ ਜੈ ਰਾਮ ਜੀ ਜਿਹੜੇ ਸਨ ਮਨ ਵਿੱਚ ਬਹੁਤ ਪਛਤਾ ਰਹੇ ਸਨ, ਦੁਖੀ ਹੋ ਰਹੇ ਸਨ। ਤਿਸੇ ਤੁੰਡ ਮੁਰਝਾਇਆ। ਕਵੀ ਸੰਤੋਖ ਸਿੰਘ ਕਹਿੰਦੇ ਜਦੋਂ ਫਿਰ ਨਾਨਕੀ ਨੇ ਵੇਖਿਆ ਵੀ ਜੈ ਰਾਮ ਜੀ ਬੜੇ ਮੁਰਝਾਏ ਹੋਏ ਹਨ, ਗਗਨ ਤੇਰੀ ਨਾਲ ਕਮਲ ਕੁਮਲਾਇਆ। ਕਹਿੰਦੇ ਕਿ ਇਹ ਕਿਵੇਂ ਹੋ ਗਿਆ, ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਹੁੰਦਾ ਏ ਤੇ ਪਾਣੀ ਦੇ ਵਿੱਚ ਹੁੰਦਿਆਂ ਹੋਇਆਂ ਨਾਲ ਟੁੱਟ ਜੇ ਪਾਣੀ ਮਿਲਣਾ ਖਤਮ ਹੋ ਜੇ ਤੇ ਕਮਲ ਮੁਰਝਾ ਜਾਂਦਾ ਹੈ ਨਾ। ਕਹਿੰਦੇ ਇਦਾਂ ਕਰਕੇ ਜੈ ਰਾਮ ਜੀ ਮੁਰਝਾਏ ਹੋਏ ਹਨ। ਚਿਤ ਚਕਰਤ ਅਤ ਚਿਤ ਕਹੋ ਕਸ ਬੀਤ ਮਏ। ਇਦਾਂ ਕਰਕੇ ਫਿਰ ਜਾ ਕੇ ਤੇ ਨਾਨਕੀ ਜੀ ਪੁੱਛਦੇ ਆ ਕੀ ਗੱਲ ਹੈ, ਤੁਹਾਡੇ ਮਨ ਵਿੱਚ ਇੰਨੀ ਚਿੰਤਾ ਕਿਉਂ ਭਰੀ ਹੋਈ ਹੈ? ਸੋਖ ਸਿਧ ਮੈਂ ਮਗਨ ਬਤਾਓ ਨਿਜ ਗਮੇ। ਤੁਸੀਂ ਕਿਸ ਗੱਲ ਦੀ ਚਿੰਤਾ ਦੇ ਵਿੱਚ ਡੁੱਬੇ ਹੋਏ ਹੋ, ਤੁਹਾਨੂੰ ਕਿਸ ਗੱਲ ਦਾ ਡਰ ਜਿਹੜਾ ਉਹ ਸਤਾ ਰਿਹਾ ਹੈ, ਤੁਸੀਂ ਉਹ ਮੈਨੂੰ ਦੱਸਣਾ ਕਰੋ। ਨਾਨਕੀ ਜੀ ਜੈ ਰਾਮ ਨੂੰ ਪੁੱਛਦੇ ਪਏ ਹਨ। ਨਿਜ ਰਾਮ ਅਕੀਰਤ ਜੈ ਹੈ ਤਹਾਂ। ਜੈ ਰਾਮ ਜੀ ਕਹਿਣ ਲੱਗੇ ਨਾਨਕੀ ਨੂੰ, ਕਹਿੰਦੇ ਕੀ ਦੱਸਾਂ, ਥਾਂ ਥਾਂ ਦੇ ਉੱਪਰ ਮੇਰੀ ਨਿੰਦਿਆ ਹੋ ਰਹੀ ਹੈ। ਧਰਮ ਰੀਤ ਵਿਪਰੀਤ ਚਿੰਤ ਚਿਤ ਮੋਹਿ ਮਹਾ। ਕਹਿੰਦਾ ਕੀ ਦੱਸਾਂ, ਧਰਮ ਦੇ ਬਿਲਕੁਲ ਉਲਟ ਹੋ ਗਿਆ ਹੈ, ਬਹੁਤ ਅਨਰਥ ਹੁੰਦਾ ਪਿਆ ਹੈ। ਤੁਮਾਰੋ ਗਿਓ ਸਿੰਘ ਨਿਰਪ ਖਾਨ ਕੋ। ਕਹਿੰਦੇ ਵੀ ਤੁਹਾਡਾ ਭਰਾ ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਨਵਾਬ ਦੇ ਨਾਲ ਚਲਿਆ ਗਿਆ ਹੈ। ਹੋ ਕਰ ਆਇ ਨਵਾਜ ਮਸੀਤ ਪਿਆਨ ਕੋ। ਉਹ ਮਸਜਿਦ ਦੇ ਵਿੱਚ ਜਾ ਕੇ ਨਵਾਬ ਦੇ ਨਾਲ ਜਿਹੜਾ ਹੈ ਨਾ ਉਹ ਨਮਾਜ਼ ਪੜ੍ਹਨਾ ਕਰੇਗਾ, ਉੱਥੇ ਉਹਦੇ ਨਾਲ ਚਲਿਆ ਗਿਆ ਹੈ, ਨਮਾਜ਼ ਪੜ੍ਹੇਗਾ, ਮੁਸਲਮਾਨ ਬਣ ਜਾਵੇਗਾ। ਚੋਰ ਤੁਰਕਤ ਹੈ ਹੋਈ ਹੈ। ਜੈ ਰਾਮ ਜੀ ਕਹਿੰਦੇ ਨਾਨਕੀ ਚਾਰੇ ਪਾਸੇ ਰੌਲਾ ਪੈ ਗਿਆ ਕਿ ਨਾਨਕ ਮੁਸਲਮਾਨ ਬਣ ਚੱਲਿਆ ਹੈ। ਖਾਨ ਚਲੇ ਆਏ ਸੰਗ ਬੋਲੋਈ ਹੈ। ਕਹਿੰਦੇ ਖਾਨ ਦੇ ਨਾਲ ਨਾਲ ਆਪ ਗਿਆ ਏ, ਬਹੁਤ ਸਾਰੇ ਲੋਕ ਉਹਨੂੰ ਵੇਖ ਰਹੇ ਸਨ। ਸਿੱਧ ਮੈਂ ਮਗਨ ਸੁਨਤ ਮਮ ਮਨ ਭਇਓ। ਇਹ ਗੱਲ ਨੂੰ ਸੋਚ ਸੋਚ ਕੇ ਮੇਰੇ ਮਨ ਵਿੱਚ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਚਿੰਤਾ ਪਰੇਸ਼ਾਨੀ, ਮੈਂ ਦੁਖੀ ਹੋ ਰਿਹਾ ਹਾਂ, ਇਸ ਕਰਕੇ ਚਿੰਤਾ ਦੇ ਸਮੁੰਦਰ ਵਿੱਚ ਡੁੱਬਿਆ ਹੋਇਆ ਹਾਂ। ਹੋਤ ਨਾ ਪ੍ਰਾਪਤ ਮੋਹਿ ਜਤਨ ਬਹੁ ਬਿਦ ਠਹਿਓ। ਕਹਿਣ ਲੱਗਿਆ ਨਾਨਕੀ ਮੈਂ ਤੇ ਬਹੁਤ ਸਾਰੇ ਯਤਨ ਕੀਤੇ ਵੀ ਆਪਣੇ ਮਨ ਨੂੰ ਰੋਕਾਂ, ਪਰ ਇਹ ਮਨ ਇਉਂ ਲੱਗਦਾ ਜਿਵੇਂ ਜਹਾਜ਼ ਸਮੁੰਦਰ ਵਿੱਚ ਡੁੱਬਦਾ ਜਾਂਦਾ ਹੈ ਨਾ, ਇਵੇਂ ਮੇਰਾ ਮਨ ਜਿਹੜਾ ਹੈ ਨਾ ਉਹ ਡੁੱਬਦਾ ਪਿਆ ਹੈ। ਨਾਨਕੀ ਬਚਨ ਨ ਚਿੰਤਾ ਕੀਜੀ ਹੈ। ਨਾਨਕੀ ਜੀ ਕਹਿਣ ਲੱਗੇ ਜੈ ਰਾਮ ਨੂੰ, ਕਹਿੰਦੇ ਤੁਸੀਂ ਕਿਸੇ ਗੱਲ ਦੀ ਵੀ ਚਿੰਤਾ ਨਾ ਕਰੋ। ਨ ਭੂਲੋ ਭੇਵ ਭਲੇ ਲਕੀ ਲੀਜੀ ਹੈ। ਕਹਿਣ ਲੱਗੇ ਐਵੇਂ ਕਿਸੇ ਭਰਮ ਵਿੱਚ ਨਾ ਪਾਓ, ਐਵੇਂ ਭੁਲੇਖੇ ਵਿੱਚ ਨਾ ਪਾਓ, ਸਭ ਕੁਝ ਆਪੇ ਠੀਕ ਹੋ ਜਾਵੇਗਾ। ਰਾਤ ਹਮਾਰਿਓ ਭੇਸ ਨਾ ਭੇਸ ਨਰ ਭਗਤ ਕੋ। ਉਹ ਮੇਰਾ ਭਰਾ ਕੋਈ ਆਮ ਭਰਾ ਥੋੜੀ ਹੈ, ਉਹ ਤੇ ਪ੍ਰਮਾਤਮਾ ਦਾ ਰੂਪ ਹੈ, ਧਰਤੀ ਤੇ ਆਇਆ, ਸਰੀਰਕ ਜਾਮਾ ਉਹਨੇ ਧਾਰਨ ਕੀਤਾ ਹੈ। ਲੋਕਨ ਕੋ ਕੰਤਰ ਚੋਜਨ ਜਗਤ ਕੋ। ਉਹ ਤੇ ਤਿੰਨਾਂ ਲੋਕਾਂ ਦਾ ਮਾਲਕ ਹੈ, ਤਿੰਨਾਂ ਲੋਕਾਂ ਦਾ ਸੁਆਮੀ ਹੈ। ਮੇਰਾ ਭਰਾ ਕੋਈ ਆਮ ਨਹੀਂ ਹੈ, ਉਹ ਪ੍ਰਮਾਤਮਾ ਸਰੂਪ ਹੈ। ਪੰਨਗ ਦਾਨਵ ਅਮਰ ਬਰਨ ਕਿਨਰ ਧਰਾ। ਕਹਿੰਦੇ ਉਹਨਾਂ ਦੀ ਮਰਜ਼ੀ ਤੋਂ ਬਿਨਾ, ਉਹਨਾਂ ਦੀ ਮਰਜ਼ੀ ਦੇ ਖਿਲਾਫ ਕੋਈ ਦੈਂਤ, ਕੋਈ ਹਵਾ, ਕੋਈ ਦੇਵਤਾ ਉਹਨਾਂ ਦੀ ਮਰਜ਼ੀ ਤੋਂ ਬਿਨਾ ਨਹੀਂ ਚੱਲ ਸਕਦਾ। ਕਹਿੰਦੇ ਨਾ ਹੀ ਜਿਹੜੇ ਦੇਵਤੇ ਹੈ, ਨਾ ਹੀ ਧਰਤੀ, ਨਾ ਸੂਰਜ, ਨਾ ਇੰਦਰ, ਸ਼ਿਵ, ਕੋਈ ਵੀ ਉਹਨਾਂ ਦੀ ਮਰਜ਼ੀ ਤੋਂ ਪਰੇ ਨਹੀਂ ਹੈ, ਸਾਰਾ ਕੁਝ ਉਹਨਾਂ ਦੇ ਹੁਕਮ ਦੇ ਵਿੱਚ ਚੱਲਦਾ ਹੈ। ਕਹਿੰਦੇ ਅਗਨੀ ਹੋਵੇ, ਪਾਣੀ ਹੋਵੇ, ਹਾਥੀ ਹੋਵੇ, ਕੁਛ ਵੀ ਹੋਵੇ, ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਚੱਲਦਾ ਹੈ। ਇਹ ਨਵਾਬ ਕੀ ਚੀਜ਼ ਹੈ? ਇਹ ਨਵਾਬ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਕੀ ਹੈ? ਨਾਨਕੀ ਜੀ ਕਹਿੰਦੇ ਜੈ ਰਾਮ ਨੂੰ, ਕਹਿੰਦੇ ਨਵਾਬ ਵੀ ਉਹਦੇ ਹੁਕਮ ਵਿੱਚ ਚੱਲਦਾ ਹੈ, ਇਸ ਕਰਕੇ ਤੁਸੀਂ ਕੋਈ ਬਹੁਤੀ ਚਿੰਤਾ ਜਿਹੜੀ ਉਹ ਨਾ ਕਰਨੀ ਕਰੋ। ਤੁਸੀਂ ਰਤਾ ਭਰ ਵੀ ਕਿਸੇ ਗੱਲ ਦੀ ਚਿੰਤਾ ਜਿਹੜੀ ਹੈ ਉਹ ਨਾ ਕਰੋ। ਕਹਿੰਦੇ ਦੇਖਿਓ ਥੋੜੇ ਸਮੇਂ ਤੱਕ ਨਵਾਬ ਤੇ ਉਹਦੇ ਸਾਰੇ ਸਾਥੀ ਜਿਹੜੇ ਆ ਨਾ ਉਹ ਸ਼ਰਮ ਦੇ ਨਾਲ ਝੁਕ ਜਾਣਗੇ। ਤੁਸੀਂ ਬਿਲਕੁਲ ਆਰਾਮ ਕਰੋ, ਪਰੇਸ਼ਾਨ ਨਾ ਹੋਵੇ, ਤੁਸੀਂ ਪ੍ਰਸ਼ਾਦਾ ਛਕਣਾ ਕਰੋ। ਜੇ ਤੁਹਾਨੂੰ ਨਹੀਂ ਯਕੀਨ, ਜੇ ਤੁਹਾਨੂੰ ਵਿਸ਼ਵਾਸ ਨਹੀਂ ਹੈ, ਨਾਨਕੀ ਕਹਿ ਰਹੀ ਹੈ, ਤੇ ਫਿਰ ਪੰਡਿਤ ਨੂੰ ਭੇਜ ਕੇ ਪਤਾ ਕਰਵਾ ਲੈਣਾ ਕਰੋ ਉੱਥੇ ਕੀ ਕੁਝ ਹੁੰਦਾ ਹੈ। ਫਿਰ ਜੈ ਰਾਮ ਜੀ ਨੇ ਨਿੱਧੇ ਪੰਡਿਤ ਨੂੰ, ਜਿਹੜਾ ਉਹਨਾਂ ਦਾ ਪ੍ਰੋਹਿਤ ਸੀ, ਉਹਨੂੰ ਭੇਜਿਆ ਹੈ। ਭੀਰ ਭੂਰ ਕਰੀ ਧਰੀ ਸਮਾਨ ਮੈਂ ਤਹਰੇ ਹੋ।
ਜਦੋਂ ਨਿੱਧਾ ਪੰਡਤ ਫਿਰ ਮਸਜਿਦ ਦੇ ਵਿੱਚ ਵੇਖਣ ਵਾਸਤੇ ਗਿਆ, ਚਾਰੇ ਪਾਸੇ ਲੋਕਾਂ ਦੀ ਬਹੁਤ ਸਾਰੀ ਭੀੜ ਲੱਗੀ ਹੋਈ ਸੀ। ਕੋ ਲੰਘ ਧਾਏ ਧਸ ਅੰਤਰੇ। ਜਦੋਂ ਨਿੱਧਾ ਪੰਡਤ ਫਿਰ ਇੱਕ ਇੱਕ ਨੂੰ ਪਰੇ ਕਰਦਾ ਕਰਦਾ ਅੱਗੇ ਅੰਦਰ ਤੱਕ ਧੱਸ ਗਿਆ ਹੈ। ਨਾਨਕ ਕੇ ਦੇਖ ਬਸੂਰਤ ਉਰਖ ਰਹਿ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉਹਨੇ ਦੇਖਿਆ ਹੈ ਤੇ ਮਨ ਦੇ ਵਿੱਚ ਝੂਰਦਾ ਪਿਆ ਹੈ। ਜੋ ਜਾਇ ਨ ਸ੍ਰੀ ਗੁਰ ਤੀਰ ਭਈ ਭਰਪੂਰ। ਦੂਰ ਤੱਕ ਵੀ ਜਿਹੜਾ ਨਿੱਧਾ ਪੰਡਤ ਹੈ ਉਹ ਬਹੁਤ ਦੂਰ ਰਹਿ ਗਿਆ, ਨੇੜੇ ਨਹੀਂ ਜਾ ਸਕਿਆ ਗੁਰੂ ਨਾਨਕ ਸਾਹਿਬ ਦੇ, ਕਿਉਂਕਿ ਉੱਥੇ ਭੀੜ ਬਹੁਤ ਜ਼ਿਆਦਾ ਸੀ। ਸੁੱਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਨ ਤੇ ਸੂਰਜ ਦੀ ਤਰ੍ਹਾਂ ਪ੍ਰਤੱਖ ਰੋਸ਼ਨੀ ਦੇਣ ਵਾਲੇ ਹਨ। ਦੇਖ ਮਸੀਤ ਚੇਤ ਚੇਤ ਭਿਤ ਜਾਨੀ ਹੈ। ਕਵੀ ਸੰਤੋਖ ਸਿੰਘ ਕਹਿੰਦੇ ਕਿ ਉਹ ਜਿਹੜੀ ਮਸਜਿਦ ਹੈ ਜਿਹਦੇ ਵਿੱਚ ਨਮਾਜ਼ ਪੜ੍ਹਨ ਵਾਸਤੇ ਦੌਲਤ ਖਾਨ ਲੋਧੀ ਤੇ ਕਾਜੀ ਲੋਕ ਗੁਰੂ ਨਾਨਕ ਸਾਹਿਬ ਵੀ ਨਾਲ ਗਏ ਹੋਏ ਸਨ, ਉਹਦੀਆਂ ਜਿਹੜੀਆਂ ਕੰਧਾਂ ਨੇ ਉਹ ਬੜੀਆਂ ਖੂਬਸੂਰਤ ਚਿੱਤਰਾਂ ਦੇ ਨਾਲ ਭਰੀਆਂ ਹੋਈਆਂ ਸਨ। ਜਾਮੀ ਕਰਜੈ ਲਿਖਿਓ ਦਿਪਤ ਪਹਿਚਾਨੀ ਹੈ। ਕਹਿੰਦੇ ਸੁਨਹਿਰੀ ਅੱਖਰਾਂ ਦੇ ਨਾਲ ਉਹਦੇ ਵਿੱਚ ਲਿਖਿਆ ਹੋਇਆ ਸੀ, ਚਮਕਾਂ ਮਾਰ ਰਹੀਆਂ ਸਨ ਉਹਦੀਆਂ ਕੰਧਾਂ। ਜਾਏ ਪਾਠਾਨ ਸੁਖਾਨ ਨਿਰਪਾਲ ਸੋ। ਨਵਾਬ ਦੌਲਤ ਖਾਨ ਲੋਧੀ ਜਿਹੜਾ ਏ ਉੱਥੇ ਜਾ ਕੇ ਨਮਾਜ਼ ਪੜ੍ਹਿਆ ਕਰਦਾ ਸੀ। ਆਪਣੀ ਸਹਿਜ ਬੈਸ ਵਿਸਾਲ ਸੋ। ਉੱਥੇ ਮਸਜਿਦ ਦੇ ਵਿੱਚ ਹੀ ਜਿਹੜਾ ਉੱਥੇ ਸਭਾ ਲਾ ਕੇ ਖਲੋ ਵੀ ਜਾਇਆ ਕਰਦਾ ਸੀ ਨਵਾਬ ਦੌਲਤ ਖਾਨ ਲੋਧੀ। ਨਾਨਕ ਜੀ ਸੰਗ ਗਿਆਨ ਘਨ ਰੂਪ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਹਨ ਉਹ ਬੱਦਲ ਦੀ ਨਿਆਈ ਹਨ, ਚੰਗੇ ਸਰੂਪ ਵਾਲੇ ਹਨ। ਕਮਲ ਵਿਸਾਲ ਸੁਬਦਨੈ ਨੂਪ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮੁਖੜਾ ਜਿਹੜਾ ਉਹ ਖਿੜਿਆ ਹੋਇਆ ਸੀ ਫੁੱਲਾਂ ਦੀ ਤਰ੍ਹਾਂ। ਹਰਕ ਸੋਗ ਜੇ ਨਹੀਂ ਅੰਦੇ ਇਕ ਰਸ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਹਨ ਖਿੜੇ ਹੋਏ ਸਨ, ਇੱਕ ਰਸ ਵਿਆਪਕ ਸਨ, ਭਾਵ ਇੱਕ ਰਸ ਆਨੰਦ ਦੇ ਵਿੱਚ ਲੀਨ ਸਨ। ਠਾਂਡ ਨਿਪ ਕੇ ਨਿਕਟ ਬਤਾਵੋ ਸੁਮਗਦ ਤਿਸ। ਸਤਿਗੁਰੂ ਸਾਹਿਬ ਜੀ ਦੇ ਮੁਖ ਦੇ ਉੱਪਰ ਨਾ ਕੋਈ ਗਮੀ ਨਾ ਕੋਈ ਖੁਸ਼ੀ, ਭਾਵ ਉਹ ਇੱਕ ਲਗਾਤਾਰ ਜ਼ਿੰਦਗੀ ਜਿਉਣ ਵਾਲੇ ਸਨ। ਕੋਈ ਨਾ ਕਹਿ ਸਕੇ ਤੁਰਕਨ ਤੇਜ ਵਿਸਾਲ। ਕੋਈ ਵੀ ਹਿੰਦੂ ਜਿਹੜਾ ਸੀ ਉੱਥੇ ਭਾਵ ਨਵਾਬ ਦੌਲਤ ਖਾਨ ਲੋਧੀ ਦੇ ਸਾਹਮਣੇ ਬੋਲ ਨਹੀਂ ਸੀ ਸਕਦਾ, ਨਾ ਕੋਈ ਉਹਨੂੰ ਕੋਈ ਸਲਾਹ ਦੇ ਸਕਦਾ ਸੀ। ਪਰਮੇਸ਼ਰ ਪਤ ਰਖਈ ਸਿਮਰਨ ਦੀ ਸਿਮਰੈ ਦੀਨ ਦਿਆਲ। ਬਸ ਬਾਕੀ ਲੋਕ ਜਿਹੜੇ ਸਨ ਉਹ ਦੁਆਵਾਂ ਕਰ ਰਹੇ ਸਨ, ਅਰਦਾਸਾਂ ਕਰ ਰਹੇ ਸਨ ਕਿ ਨਾਨਕ ਜੀ ਬਚ ਜਾਣ, ਮੁਸਲਮਾਨ ਨਾ ਹੋਣ। ਇਹ ਜਿਹੜੀਆਂ ਰੱਬ ਅੱਗੇ ਬੇਨਤੀਆਂ ਕਰ ਰਹੇ ਸਨ। ਕਵੀ ਸੰਤੋਖ ਸਿੰਘ ਕਹਿੰਦੇ ਵੀ ਕਾਜੀ ਨੇ ਤੇ ਨਵਾਬ ਦੌਲਤ ਖਾਨ ਲੋਧੀ ਨੇ ਪਾਣੀ ਲਿਆ ਹੈ ਤੇ ਹੱਥ ਪੈਰ ਧੋਤੇ ਹਨ। ਕਹਿੰਦੇ ਵੀ ਉਹਨਾਂ ਨੇ ਆਪਣੇ ਇਹਨਾਂ ਹੱਥਾਂ ਪੈਰਾਂ ਨੂੰ ਪਵਿੱਤਰ ਕੀਤਾ ਹੈ। ਜਦੋਂ ਵੀ ਮੁਸਲਮਾਨ ਨਮਾਜ਼ ਪੜ੍ਹਦਾ ਹੈ ਉਹ ਪਹਿਲਾਂ ਹੱਥ ਧੋਂਦਾ ਏ, ਮੂੰਹ ਧੋਂਦਾ ਏ, ਜਿਵੇਂ ਆਪਾਂ 5 ਇਸ਼ਨਾਨਾਂ ਕਹਿੰਦੇ ਐਵੇਂ ਉਹ ਹੱਥ ਪੈਰ ਧੋ ਕੇ ਤੇ ਉਹਨੂੰ ਕਹਿੰਦੇ ਉਜੂ ਸਾਧਨਾ, ਉਹ ਸਾਰਾ ਕੁਝ ਹੱਥ ਪੈਰ ਧੋ ਕੇ ਪਵਿੱਤਰ ਕਰਦਾ। ਇਦਾਂ ਹੀ ਕਾਜੀ ਤੇ ਉਹ ਨਵਾਬ ਨੇ ਜਿਹੜਾ ਸਾਰਾ ਕੁਝ ਕੀਤਾ ਹੈ। ਫਿਰ ਉਹਨਾਂ ਨੇ ਪੱਛਮ ਦਿਸ਼ਾ ਭਾਵ ਲਹਿੰਦੇ ਵਾਲੇ ਪਾਸੇ ਨੂੰ ਜਿਹੜਾ ਉਹ ਧਿਆਨ ਕੀਤਾ ਹੈ। ਬਾਰ-ਬਾਰ ਉਹਨਾਂ ਨੇ ਗੋਡੇ ਥੱਲੇ ਕੀਤੇ, ਬਾਰ-ਬਾਰ ਧਰਤੀ ਤੇ ਹੱਥ ਧਰੇ ਹਨ ਤੇ ਬਾਰ-ਬਾਰ ਨਿਉਂਦੇ ਹਨ, ਭਾਵ ਇਦਾਂ ਕਰਕੇ ਨਮਾਜ਼ ਜਿਹੜੀ ਉਹ ਪੜ੍ਹੀ ਜਾਂਦੀ ਸੀ। ਪੱਛਮ ਦਿਸ਼ਾ ਵਾਲੇ ਪਾਸੇ ਨੂੰ ਮੂੰਹ ਕਰਕੇ ਮੁਸਲਮਾਨ ਨਮਾਜ਼ ਪੜ੍ਹਦਾ, ਕਿਉਂਕਿ ਮੱਕਾ ਕਾਬਾ ਜਿਹੜਾ ਉਹ ਪੱਛਮ ਵਾਲੇ ਪਾਸੇ ਹੈ। ਉਹ ਕਹਿੰਦੇ ਰੱਬ ਦਾ ਘਰ ਉਹੀ ਹੈ। ਇਸੇ ਕਰਕੇ ਅੱਜ ਵੀ ਮੁਸਲਮਾਨ ਜਿਹੜਾ ਹੈ ਨਾ ਉਹ ਨਮਾਜ਼ ਜਿਹੜੀ ਪੱਛਮ ਵਾਲੇ ਪਾਸੇ ਨੂੰ ਮੂੰਹ ਕਰਕੇ ਉਹ ਪੜ੍ਹਦਾ ਹੈ, ਕਿਉਂਕਿ ਉਧਰ ਰੱਬ ਦਾ ਘਰ ਮੰਨਦਾ ਹੈ। ਇਵੇਂ ਨਵਾਬ ਤੇ ਕਾਜੀ ਜਿਹੜੇ ਸਨ ਉਹ ਨਮਾਜ਼ ਪੜ੍ਹ ਰਹੇ ਸਨ। ਆਪ ਮਸੀਤ ਵਿੱਚ ਨਮਾਜ਼ ਪੜ੍ਹ ਰਹੇ ਸਨ ਕਾਜੀ ਤੇ ਨਵਾਬ, ਪਰ ਉਹਨਾਂ ਦੇ ਮਨ ਜਿਹੜੇ ਸਨ ਸਰੀਰਕ ਤੌਰ ਦੇ ਉੱਪਰ ਤੇ ਬਾਰ-ਬਾਰ ਝੁਕ ਰਹੇ ਸਨ, ਨਿਵ ਰਹੇ ਸਨ, ਪਰ ਉਹਨਾਂ ਦੇ ਮਨ ਕਿਧਰੇ ਹੋਰ ਹੀ ਗਏ ਹੋਏ ਸਨ। ਜਦੋਂ ਨਮਾਜ਼ ਪੜ੍ਹ ਕੇ ਹਟ ਗਏ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਦੇ ਹਨ, ਉਹ ਨਵਾਬ ਤੇ ਕਾਜੀ ਕਹਿੰਦੇ ਨੇ, ਨਾਨਕ ਤੈਨੂੰ ਡਰ ਨਹੀਂ ਆਉਂਦਾ ਸਾਡੇ ਕੋਲੋਂ?
ਤੈਨੂੰ ਸਾਡੇ ਕੋਲੋਂ ਕੋਈ ਭੈ ਨਹੀਂ ਆਉਂਦਾ। ਨਾਨਕ ਆਨਨ ਭਲੇ ਖਾਨ ਕਾਨਨ ਸੁਨੋ। ਨਾਨਕ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਖਾਨ ਸਾਹਿਬ ਮੇਰੀ ਗੱਲ ਸੁਣਨਾ ਕਰੋ। ਇਹ ਸੰਕਰੋ ਨਵਾਜ ਲਾਜ ਨੇ ਤੁਮ ਮਨੋ। ਤੁਹਾਡੇ ਮਨ ਵਿੱਚ ਵੀ ਕੋਈ ਸ਼ਰਮ ਨਹੀਂ ਆਉਣਾ ਕਰਦੀ। ਗੁਰੂ ਨਾਨਕ ਸਾਹਿਬ ਮਹਾਰਾਜ ਨਵਾਬ ਦੌਲਤ ਖਾਨ ਲੋਧੀ ਨੂੰ ਆਖਦੇ ਹਨ, ਅੰਡਿਆ ਮਸੀਤ ਨ ਮਨ ਠਹਿਰਾਇਆ। ਕਹਿੰਦੇ ਵੀ ਤੁਸੀਂ ਜਿਹੜਾ ਹੈ ਨਮਾਜ਼ ਪੜ੍ਹਦੇ ਵਕਤ ਮਨ ਨਾ ਠਹਿਰਾਇਆ, ਤੁਹਾਡਾ ਮਨ ਤੇ ਕਿਤੇ ਟਿਕਿਆ ਹੀ ਨਹੀਂ ਸੀ। ਔਰ ਜਿਸ ਦਿਓ ਸਿਜਦੇ ਸਮੇਂ ਸਕਲਮ ਕੰਧਾਰ ਪਠਾਇਆ। ਕਹਿੰਦੇ ਤੁਹਾਡਾ ਮਨ ਜਿਹੜਾ ਸੀ ਉਹ ਤੇ ਕਾਬਲ ਕੰਧਾਰ ਦੇ ਵਿੱਚ ਤੁਰਿਆ ਫਿਰਦਾ ਸੀ। ਅਰਥ ਖਰੀਦ ਤੁਰੰਗ ਤਰਲ ਮਨ ਤਰਲਿਆ। ਕਹਿੰਦੇ ਮਸੀਤ ਵਿੱਚ ਮਸਜਿਦ ਵਿੱਚ ਤੁਸੀਂ ਨੀਵੇਂ ਵੀ ਹੁੰਦੇ ਸੀ, ਖੜੇ ਵੀ ਹੁੰਦੇ ਸੀ, ਸਭ ਝੂਠ ਹੀ ਚੱਲ ਰਿਹਾ ਸੀ। ਗੁਰੂ ਬੀਜ ਮਸੀਤ ਨਵੇਂ ਕਰ ਸਰਲਿਆ। ਕਹਿੰਦੇ ਇਸ ਮਸਜਿਦ ਦੇ ਵਿੱਚ ਖੜੇ ਜ਼ਰੂਰ ਸੀ, ਸਰੀਰ ਤੁਹਾਡਾ ਇੱਥੇ ਸੀ, ਪਰ ਮਨ ਤੁਹਾਡਾ ਬਿਲਕੁਲ ਵੀ ਇੱਥੇ ਨਹੀਂ ਸੀ। ਕਰਨੀ ਸੋ ਮੂਲ ਨ ਥਿਰ ਉਰ ਮੈਂ ਕਰਾ। ਕਹਿੰਦੇ ਕਿ ਇਹ ਜਿਹੜਾ ਤੁਹਾਡਾ ਮਨ ਹੈ, ਇਹ ਚੰਚਲ ਮਨ ਜਿਹੜਾ ਏ, ਇਹ ਤੇ ਘੋੜੇ ਖਰੀਦਣ ਵਾਸਤੇ ਗਿਆ ਹੋਇਆ ਸੀ। ਉਹ ਵੈਸ ਬੰਦਗੀ ਧਰਿਓ ਦਹੋ ਦਿਸ ਮਨ ਫਿਰਾ। ਕਹਿੰਦੇ ਕਿ ਬੰਦਗੀ ਕਰਦੇ ਵਕਤ ਤੇ ਇਹ ਮਨ ਜਿਹੜਾ ਟਿਕਣਾ ਚਾਹੀਦਾ ਹੈ। ਇੱਥੇ ਬੰਦਗੀ ਕਰਦੇ ਵਕਤ ਤੁਹਾਡਾ ਮਨ ਦਸਾਂ ਦਿਸ਼ਾਂ ਦੇ ਵਿੱਚ ਜਿਹੜਾ ਉਹ ਭਟਕਦਾ ਫਿਰ ਰਿਹਾ ਸੀ। ਕਾਜੀ ਤੁਮ ਪਾਜ ਬਖਾਨਤ ਡਰ ਨਹੀਂ। ਕਾਜੀ ਨੇ ਉਸੇ ਵੇਲੇ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਕਹਿਣਾ ਕੀਤਾ, ਕਹਿਣ ਲੱਗਾ ਕਿ ਤੂੰ ਜਿਹੜਾ ਉਹ ਝੂਠ ਮਾਰਦਾ ਹੈ, ਜਿਹੜਾ ਮੈਂ ਇੱਥੇ ਖੜਾ ਸੀ, ਤੈਨੂੰ ਸਾਡੇ ਕੋਲੋਂ ਡਰ ਨਹੀਂ ਆਉਂਦਾ? ਸਾਡੀ ਹਕੂਮਤ ਹੈ, ਸਾਡੀ ਸਰਕਾਰ ਹੈ। ਖਰਿਓ ਹਜ਼ੂਰ ਨਵਾਬ ਨ ਬੋਲੋ ਸਮਝੀ। ਤੇ ਨਵਾਬ ਜਿਹੜਾ ਸਾਹਮਣੇ ਖੜਾ ਸੀ ਉਹਨੂੰ ਤੇ ਉਹ ਕੋਲ ਬੋਲਿਆ ਹੀ ਨਹੀਂ ਸੀ ਜਾ ਰਿਹਾ ਸੀ। ਕੀ ਜਵਾਬ ਦੇਵੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ? ਆਨੰਦ ਭਨੀ ਖਾਨ ਸਾਚ ਨਾਨਕ ਕਹੀ। ਨਵਾਬ ਜਿਹੜਾ ਫਿਰ ਮੰਨ ਜਾਂਦਾ ਹੈ ਕਿ ਹਾਂ ਨਾਨਕ ਸੱਚ ਕਹਿ ਰਿਹਾ ਹੈ, ਮੈਂ ਸੱਚਮੁੱਚ ਕਾਬਲ ਕੰਧਾਰ ਦੇ ਵਿੱਚ ਜਿਹੜਾ ਉਹ ਘੋੜੇ ਖਰੀਦਦਾ ਫਿਰਦਾ ਸੀ, ਮੇਰਾ ਮਨ ਇੱਥੇ ਨਹੀਂ ਸੀ। ਓ ਮਮ ਗਿਓ ਕੰਧਾਰ ਸਮੇਂ ਸਜਦੇ ਸਹੀ। ਸੱਚਮੁੱਚ ਮੇਰਾ ਮਨ ਜਿਹੜਾ ਉਹ ਕੰਧਾਰ ਦੇ ਵਿੱਚ ਭਾਵ ਉੱਥੇ ਤੁਰਿਆ ਫਿਰਦਾ ਸੀ। ਕਾਜੀ ਬਚਪਨੇ ਹਮਾਰੇ ਮਨ ਗਇਓ। ਫਿਰ ਕਾਜੀ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਕਹਿੰਦਾ ਚਲੋ ਮੰਨ ਲੈਨੇ ਆ ਕਿ ਉਹ ਤੇ ਇੱਥੇ ਨਹੀਂ ਸੀ। ਹੋ ਤੁਮ ਸਭ ਭੇਦ ਕਰੀ ਸਮਾਮ ਸੰਗ ਇਨ ਕਿਓ। ਕਹਿੰਦੇ ਕਿ ਮੰਨ ਲਓ ਵੀ ਇਹ ਇੱਥੇ ਨਹੀਂ ਸੀ, ਤੁਸੀਂ ਇਹਨਾਂ ਨਾਲ ਨਮਾਜ਼ ਨਹੀਂ ਸੀ ਪੜ੍ਹਨੀ, ਪਰ ਮੈਂ ਤੇ ਚੰਗੀ ਤਰ੍ਹਾਂ ਨਮਾਜ਼ ਪੜ੍ਹੀ ਹੈ ਨਾ, ਤੁਸੀਂ ਮੇਰੇ ਨਾਲ ਨਮਾਜ਼ ਪੜ੍ਹ ਲੈਣੀ ਸੀ। ਮਨ ਜਾਣ ਨਿਜ ਪਰਦ ਪੁਰਾਮਨ ਚਾਹੀ। ਕਵੀ ਸੰਤੋਖ ਸਿੰਘ ਕਹਿੰਦੇ ਅਸਲ ਵਿੱਚ ਕਾਜੀ ਜਿਹੜਾ ਨਾ ਆਪਣੇ ਕੀਤੇ ਤੇ ਪਰਦਾ ਪਾਉਣਾ ਚਾਹੁੰਦਾ ਸੀ, ਸੱਚਾ ਹੋਣਾ ਚਾਹੁੰਦਾ ਸੀ। ਤਨ ਮੂਰਖ ਭੇਵਾ ਬਹਾਏ ਮਰਹ ਬਾਥਾਈ। ਪਰ ਮੂਰਖ ਕਾਜੀ ਇਹ ਗੱਲ ਨਹੀਂ ਸੀ ਜਾਣ ਸਕਦਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਾਣੀ ਜਾਣ ਪੁਰਸ਼ ਹਨ। ਬੋਲੇ ਨਾਨਕ ਬੈਨਿਆਨ ਸੁਖ ਗੁੰਦਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਕਾਜੀ ਦੀ ਗੱਲ ਸੁਣੀ ਤੇ ਉਸੇ ਵੇਲੇ ਆਖਿਆ ਹੈ, ਕਾਜੀ ਕਰੀ ਨਵਾਜ ਸਦਨ ਮੈਂ ਮੰਨ ਗਿਆ। ਸਤਿਗੁਰੂ ਕਹਿਣ ਲੱਗੇ ਕਾਜੀ ਤੂੰ ਵੀ ਸਰੀਰਕ ਤੌਰ ਤੇ ਇੱਥੇ ਨਮਾਜ਼ ਪੜ੍ਹ ਰਿਹਾ ਸੀ, ਮਨ ਤੇਰਾ ਵੀ ਘਰ ਵਿੱਚ ਤੁਰਿਆ ਫਿਰਦਾ ਸੀ। ਬੜਵਾ ਗਿਓ ਵਿਸ਼ੋਰ ਗਲਤ ਮੈਂ ਪਾਸ ਹੈ। ਕਹਿੰਦੇ ਕਿ ਤੈਨੂੰ ਤੇ ਇਹ ਇਸ ਗੱਲ ਦਾ ਖਿਆਲ ਸੀ ਕਿ ਘਰ ਵਿੱਚ ਜਿਹੜੀ ਹੈ ਉਹ ਘੋੜੀ ਜਿਹੜੀ ਉਹ ਸੂਣਾ ਕੀਤੀ ਹੈ, ਉਹਦੀ ਵੱਛੀ ਜਿਹੜੀ ਹੈ ਕਿਤੇ ਟੋਏ 'ਚ ਨਾ ਡਿੱਗ ਪਵੇ। ਓ ਬਿਦ ਮੈਨੇ ਗਿਰ ਪਰੇ ਬਹੁਤ ਵਿਸ਼ਵਾਸ ਹੈ। ਤੈਨੂੰ ਤੇ ਵੱਛੀ ਡਿੱਗਣ ਦੀ ਜਿਹੜੀ ਉਹ ਚਿੰਤਾ ਲੱਗੀ ਹੋਈ ਸੀ, ਤੂੰ ਵੀ ਇੱਥੇ ਜਿਹੜਾ ਹੈ ਉਹ ਹਾਜ਼ਰ ਨਹੀਂ ਸੀ। ਤੇਰਾ ਧਿਆਨ ਵੀ ਜਿਹੜਾ ਘਰ ਦੇ ਵਿੱਚ ਸੂਈ ਹੋਈ ਘੋੜੀ ਤੇ ਉਹਦੀ ਵਿਸ਼ੇਰੀ ਦੇ ਵਿੱਚ ਤੇਰਾ ਧਿਆਨ ਲੱਗਾ ਹੋਇਆ ਸੀ। ਸੰਗ ਨ ਫਿਰਤਨਾ ਸਿਰ ਇੱਕ ਛਿਨ ਬਿਆ। ਤੁਹਾਡੇ ਦੋਵਾਂ ਦਾ ਮਨ ਇੱਥੇ ਮਸਜਿਦ ਦੇ ਵਿੱਚ ਦੇ ਵਿੱਚ ਹਾਜ਼ਰ ਨਹੀਂ ਸੀ, ਇੱਧਰ ਉੱਧਰ ਤੁਰੇ ਫਿਰਦੇ ਸੋ। ਸੁਣਨ ਮੈਂ ਖਾਨ ਬਿਕਸ ਮੁਖ ਬਚ ਕਿਹਾ। ਜਦੋਂ ਇਹ ਗੱਲ ਕਹੀ ਤੇ ਉਸੇ ਵੇਲੇ ਜਿਹੜਾ ਹੈ ਉਹ ਕਾਜੀ ਹੱਸ ਪੈਣਾ ਕਰਦਾ ਹੈ। ਕਾਜੀ ਆਨੰਦ ਭਨਤ ਸਤ ਦੀ ਬਿਦ ਕਹੀ। ਕਾਜੀ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਕਹਿੰਦਾ ਤੁਸੀਂ ਸੱਚ ਕਹਿ ਰਹੇ ਹੋ। ਆਤਮਕ ਬਾਜਨ ਹੈ ਗਤ ਮੈਂ ਢਿਗ ਸਹੀ। ਸੱਚਮੁੱਚ ਘਰ ਦੇ ਵਿੱਚ ਘੋੜੀ ਦਾ ਬੱਚਾ ਜਿਹੜਾ ਟੋਏ ਦੇ ਬਿਲਕੁਲ ਪਾਸ ਖਲੋਤਾ ਹੋਇਆ ਹੈ। ਬੋਲ ਤਰਸ ਨਰ ਨੇ ਕਸ਼ ਹਾਸ ਹਾਸ ਮੈਂ। ਇਹ ਅਜੀਬ ਗੱਲਾਂ ਸੁਣ ਕੇ ਸਾਰੀ ਮਸਜਿਦ ਦੇ ਵਿੱਚ ਜਿਹੜਾ ਹਾਸਾ ਪੈ ਜਾਂਦਾ ਹੈ।
ਆਪ ਗਏ ਚਰਨ ਗਿਓ ਹੈ ਦਾਸ ਸੇ। ਕਾਜ਼ੀ ਤੇ ਨਵਾਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਫਿਰ ਚਰਨਾਂ ਦੇ ਉੱਪਰ ਡਿੱਗ ਪੈਂਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੂੰ ਫਿਰ ਪਾਵਨ ਉਪਦੇਸ਼ ਦਿੰਦੇ ਆ। ਭਾਵ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਮਾਜ਼ ਪੜ੍ਹਾਉਣ ਵਾਸਤੇ ਨਾਲ ਲੈ ਕੇ